ਧੰਨ ਵਾਹਿਗੁਰੂ ਜੀਓ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੋਖੀ ਉਜਲ ਸਦਾ ਸੁਖੀ। ਨਾਨਕ ਸਿਮਰਤ ਏਕ, ਗਿਆਨ ਧਿਆਨ ਕਿਛ ਕਰਮ ਨ ਜਾਣਾ। ਨਾਹਿਨੋ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵਹੁ। ਬਿਖਮ ਨਦੀ ਜਾਏ ਤਰਨੀ, ਸਾਧ ਸੰਗਤ ਕੈ ਅੰਚਲ ਲਾਵਹੁ। ਬਿਖਮ ਨਦੀ ਜਾਏ ਤਰਨੀ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ ਤਿਨਾਂ ਦੇ ਸਮੂਹ ਜਥੇ ਪਾਸੋਂ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਸਰਦਾਰ ਮਲਕੀਤ ਸਿੰਘ ਜੀ, ਬੀਬੀ ਬਲਵਿੰਦਰ ਕੌਰ ਸਮੂਹ ਸੇਵਕ ਪਰਿਵਾਰ ਵੱਲੋਂ ਪਰਸੋਂ ਦੇ ਰੋਜ਼ ਤੋਂ ਆਪਣੇ ਬੱਚੇ ਕਾਕਾ ਗੁਰਕੀਰਤ ਸਿੰਘ ਦੇ ਸ਼ੁਭ ਵਿਆਹ ਆਨੰਦ ਕਾਰਜ ਦੀ ਸ਼ੁਕਰਾਨੇ ਵਜੋਂ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਦਾ ਓਟ ਆਸਰਾ ਤੱਕਦਿਆਂ ਹੋਇਆਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ, ਜਿਨ੍ਹਾਂ ਦੀ ਸਮਾਪਤੀ ਉਪਰੰਤ ਆਪਾਂ ਸਾਰੇ ਹੀ ਗੁਰਮਤਿ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹਾਂ। ਸੋ ਜਿੱਥੇ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ, ਆਓ ਕੁਝ ਸਮੇਂ ਲਈ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਮਨ ਬਿਰਤੀਆਂ ਇਕਾਗਰ ਕਰੀਏ। ਸਭ ਤੋਂ ਪਹਿਲਾਂ ਦਸਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਇਹ ਬੜੀ ਬਖਸ਼ਿਸ਼, ਬੜਾ ਵੱਡਾ ਪਰਉਪਕਾਰ ਸਾਡੇ ਉੱਪਰ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਜੀਵਨ ਜਿਉਣ ਦੀ ਜੁਗਤ ਆਪਣੇ ਉਪਦੇਸ਼ ਬਾਣੀ ਦੇ ਰਾਹੀਂ ਆਪ ਖੁਦ ਲਿਖ ਕੇ ਸਾਡੀ ਝੋਲੀ ਵਿੱਚ ਪਾਈ ਹੈ। ਗੁਰੂ ਮਹਾਰਾਜ ਦੇ ਉਪਦੇਸ਼ ਕੀ ਹਨ, ਸਾਨੂੰ ਕਿਤਿਓਂ ਬਾਹਰੋਂ ਪੁੱਛਣ ਨਹੀਂ ਜਾਣਾ ਪੈਂਦਾ, ਕਿਤਿਓਂ ਲੱਭਣ ਨਹੀਂ ਜਾਣਾ ਪੈਂਦਾ। ਗੁਰੂ ਸਾਹਿਬ ਨੇ ਕਿਰਪਾ ਕਰਦਿਆਂ ਆਪਣਾ ਅਨੁਭਵ, ਆਪਣਾ ਗਿਆਨ ਖੁਦ ਸਤਿਗੁਰੂ ਜੀ ਨੇ ਉਚਾਰਨ ਕੀਤਾ, ਖੁਦ ਲਿਖਿਆ ਅਤੇ ਖੁਦ ਹੀ ਸਾਡੀ ਝੋਲੀ ਵਿੱਚ ਪਾ ਕੇ ਮਹਾਰਾਜ ਨੇ ਸਾਨੂੰ ਇਹ ਮੱਤ ਦਿੱਤੀ, ਪਿਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੈਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਉਹ ਸਭੇ ਵਸਤੂਆਂ ਹਨ ਜੋ ਸਾਡੇ ਜੀਵਨ ਦੇ ਭਲੇ ਅਤੇ ਪਰਉਪਕਾਰ ਵਾਸਤੇ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਮਨੁੱਖ ਦੇ ਜੀਵਨ ਦੇ ਕਈ ਪਹਿਲੂ ਨੇ। ਸਾਡਾ ਨਿੱਜੀ
ਜਿਸ ਨੂੰ ਆਪਾਂ ਪਰਸਨਲ ਲਾਈਫ ਕਹਿੰਦੇ ਹਾਂ, ਸਾਡਾ ਨਿੱਜ ਕਿਹੋ ਜਿਹਾ ਹੋਏ, ਸਾਡਾ ਸਮਾਜ ਕਿਹੋ ਜਿਹਾ ਹੋਏ, ਸਾਡਾ ਪਰਿਵਾਰ ਕਿਹੋ ਜਿਹਾ ਹੋਏ। ਗੁਰੂ ਸਾਹਿਬ ਜੀ ਨੇ ਹਰ ਇੱਕ ਪੱਖ ਉੱਤੇ ਚਾਨਣਾ ਪਾ ਕੇ ਸਾਨੂੰ ਆਪਣੀ ਬਾਣੀ ਦੇ ਰਾਹੀਂ ਸੇਧ ਬਖਸ਼ਿਸ਼ ਕੀਤੀ ਹੈ। ਆਪਾਂ ਸਾਰੇ ਹੀ ਸਮੂਹ ਸੇਵਕ ਪਰਿਵਾਰ ਵੱਲੋਂ ਬੱਚੇ ਦੇ ਸ਼ੁਭ ਵਿਆਹ ਆਨੰਦਕਾਰੀ ਦੇ ਕਾਰਜਾਂ ਦੀ ਆਰੰਭਤਾ ਲਈ ਇਹਨਾਂ ਗੁਰਮਤਿ ਸਮਾਗਮਾਂ ਵਿੱਚ ਜੁੜ ਬੈਠੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਗ੍ਰਸਤ ਮਾਰਗ ਵਿੱਚ ਵੀ ਕਿਵੇਂ ਜੀਣਾ ਹੈ, ਇਸ ਗੱਲ ਦੀ ਸੇਧ ਬਖਸ਼ਿਸ਼ ਕੀਤੀ ਹੈ। ਮਹਾਰਾਜ ਦਾ ਇੱਕ ਵਾਕ ਸਾਂਝਾ ਕਰਾਂਗਾ। ਸੋ ਗਿਰਹੀ ਜੋ ਨਿਗ੍ਰਹਿ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦਾ ਇਹ ਵਾਕ ਹੈ। ਆਪਾਂ ਇਹਨਾਂ ਸ਼ਬਦਾਂ ਦੀ, ਮਹਾਰਾਜ ਦੇ ਇਹਨਾਂ ਕਥਨਾਂ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗੇ। ਹਜ਼ੂਰ ਨੇ ਕੀ ਆਖਿਆ? ਸੋ ਗਿਰਹੀ। ਗਿਰੀ ਦਾ ਅਰਥ ਹੁੰਦਾ ਹੈ ਗ੍ਰਸਤੀ। ਗ੍ਰਸਤ ਦਾ ਮਤਲਬ ਹੈ ਜਿਹੜਾ ਗ੍ਰਹਿ ਵਿੱਚ ਵਿਅਸਤ ਹੈ, ਗ੍ਰਹਿ ਨਾਲ ਜੁੜਿਆ ਹੋਇਆ, ਜਿਹੜਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਾਲ ਜੁੜਿਆ ਹੋਇਆ ਮਨੁੱਖ ਹੈ, ਉਹਨੂੰ ਗ੍ਰਸਤੀ ਕਿਹਾ ਜਾ। ਸੋ ਗਿਰਹੀ। ਅਸਲ ਗ੍ਰਸਤੀ ਕੌਣ ਹੈ? ਮਹਾਰਾਜ ਨੇ ਦੀ ਡੈਫੀਨੇਸ਼ਨ, ਇਹਦੀ ਪਰਿਭਾਸ਼ਾ ਬਾਣੀ 'ਚ ਦਿੱਤੀ। ਜੋ ਨਿਗ੍ਰਹਿ ਕਰੇ, ਜਿਹੜਾ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਮੋਹ ਤੋਂ ਆਪਣੇ ਮਨ ਨੂੰ ਉੱਚਾ ਉਠਾ ਕੇ ਰੱਖੇ, ਉਹਨੂੰ ਸਤਿਗੁਰੂ ਨੇ ਕਿਹਾ ਨਿਗ੍ਰਹਿ। ਭਾਵ ਘਰ 'ਚ ਰਹਿਣਾ ਵੀ ਹੈ ਤੇ ਇਵੇਂ ਰਹਿਣਾ ਜਿਵੇਂ ਘਰ ਨਹੀਂ ਹੈ। ਗੁਰਮਤਿ ਦੀ ਇਹੋ ਹੀ ਜੁਗਤ ਹੈ। ਇਹਦਾ ਕੀ ਭਾਵ ਹੋਇਆ? ਵੀ ਬੰਦਾ ਘਰ ਵਿੱਚ ਰਹੇ, ਗ੍ਰਸਤ ਵਿੱਚ ਰਹੇ, ਤੇ ਫਿਰ ਵੀ ਗ੍ਰਸਤ ਤੋਂ ਆਪਣੀ ਸੁਰਤ ਨੂੰ ਉੱਚਿਆਂ ਕਿਵੇਂ ਕਰੇ। ਇੱਥੇ ਭਾਵ ਇਹ ਨਹੀਂ ਹੈ ਵੀ ਬੰਦਾ ਪਰਿਵਾਰ ਵਿੱਚ ਰਹੇ ਤੇ ਕੋਰਾ ਕਰਾਰਾ ਤੇ ਕਠੋਰ ਬਣ ਕੇ ਰਹੇ। ਇਹ ਬਿਲਕੁਲ ਮਤਲਬ ਨਹੀਂ ਹੈ। ਇਹਦਾ ਭਾਵ ਇਹ ਨਹੀਂ ਵੀ ਬੰਦਾ ਸਮਾਜ, ਸੁਸਾਇਟੀ, ਸਮਾਜ ਵਿੱਚ ਰਹੇ, ਰਿਸ਼ਤੇਦਾਰੀਆਂ ਵਿੱਚ ਰਹਿੰਦਿਆਂ ਹੋਇਆਂ ਵੀ ਮਨੁੱਖ ਆਪਣੇ ਮਨ ਦੇ ਅੰਦਰ ਕਿਸੇ ਦੇ ਪ੍ਰਤੀ ਚੰਗੀ ਫੀਲਿੰਗ ਨਾ ਰੱਖੇ। ਐਸਾ ਭਾਵ ਬਿਲਕੁਲ ਨਹੀਂ। ਇਹਦਾ ਮਤਲਬ ਹੈ ਵੀ ਜਿਹੜੀਆਂ ਬੁਰਾਈਆਂ ਗ੍ਰਸਤੀ ਦੇ ਜੀਵਨ ਵਿੱਚ ਆਉਂਦੀਆਂ ਨੇ, ਉਹਨਾਂ ਤੋਂ ਆਪਣੇ ਮਨ ਨੂੰ ਉੱਚਿਆਂ ਉਠਾ ਕੇ ਰੱਖੇ। ਜੇ ਤਿਆਗ ਦੇ ਰਾਹ ਵਿੱਚ ਬੁਰਾਈਆਂ ਆਉਂਦੀਆਂ ਨੇ ਤੇ ਗ੍ਰਸਤ ਮਾਰਗ ਦੇ ਰਾਹ ਵਿੱਚ ਵੀ ਬੁਰਾਈਆਂ ਆਉਂਦੀਆਂ। ਇੱਥੇ ਕੀ ਹੈ? ਆਪਾਂ ਤਿਆਗ ਦੀ ਗੱਲ ਨਹੀਂ ਕਰਾਂਗੇ, ਆਪਾਂ ਗ੍ਰਸਤ ਦੀ ਗੱਲ ਕਰਾਂਗੇ, ਕਿਉਂਕਿ ਜਿਸ ਸੰਬੰਧ ਵਿੱਚ ਆਪਾਂ ਜੁੜ ਬੈਠੇ ਹਾਂ। ਗ੍ਰਸਤੀ ਵਾਸਤੇ ਉਹਦਾ ਘਰ ਪਹਿਲਾਂ ਮਹੱਤਵਪੂਰਨ ਹੁੰਦਾ ਹੈ। ਅਸੀਂ ਆਪਣਾ ਘਰ ਬਣਾਉਂਦੇ ਹਾਂ, ਕੱਚਾ ਹੋਵੇ, ਪੱਕਾ ਹੋਵੇ, ਸਸਤਾ ਹੋਵੇ, ਮਹਿੰਗਾ ਹੋਵੇ, ਘਰ ਤੇ ਘਰ ਹੀ ਹੁੰਦਾ ਹੈ ਨਾ। ਅਸੀਂ ਜਦੋਂ ਉਹਨੂੰ ਬਣਾਉਂਦੇ ਹਾਂ, ਉਸ ਨੂੰ ਭਰਦੇ ਹਾਂ, ਉਸ ਵਿੱਚ ਹਰ ਪ੍ਰਕਾਰ ਦੀ ਸਹੂਲਤ ਚਾਹੁੰਦੇ ਹਾਂ, ਅਤੇ ਉਹ ਜਿੰਨੀਆਂ ਵੀ ਸਹੂਲਤਾਂ ਨੇ ਜਾਂ ਘਰ ਹੈ, ਉਹਨੂੰ ਬਣਾਉਣਾ, ਉਹਨੂੰ ਚਲਾਉਣਾ, ਉਹਦੀਆਂ ਜ਼ਿੰਮੇਵਾਰੀਆਂ, ਉਹਦੇ ਫਰਜ਼, ਉਹਦੇ ਪ੍ਰਤੀ ਜਿਹੜੀ ਅਸੀਂ ਫਿਰ ਕਾਰਜ ਕਰਦੇ, ਉਹਨੂੰ ਆਪਾਂ ਕਹਿੰਦੇ ਕਿਰਤ ਕਰਨੀ, ਰੁਜ਼ਗਾਰ ਕਰਨਾ। ਉਹ ਜਿਹੜੀ ਅਸੀਂ ਕਿਰਤਕਾਰ ਕਰਦੇ ਹਾਂ, ਜੇ ਤਾਂ ਸਾਡੀ ਕਿਰਤ ਥੋੜ੍ਹੀ ਹੋਵੇ ਅਤੇ ਖਾਹਿਸ਼ ਵੱਡੀ ਹੋਵੇ, ਤੇ ਫਿਰ ਸਾਨੂੰ ਕੋਈ ਟੇਢਾ ਰਸਤਾ ਅਖਤਿਆਰ ਕਰਨਾ ਪੈਂਦਾ। ਅਸੀਂ ਸੋਚਦੇ ਹਾਂ ਮੈਂ ਆਪਣਾ ਘਰ ਕਿਵੇਂ ਵੱਡਾ ਕਰਾਂ, ਆਪਣੀਆਂ ਚੀਜ਼ਾਂ ਕਿਵੇਂ ਵੱਡੀਆਂ ਕਰਾਂ, ਮਹਿੰਗੀਆਂ ਚੀਜ਼ਾਂ ਕਿਵੇਂ ਲਵਾਂ। ਫਿਰ ਅਸੀਂ ਆਸੇ ਪਾਸੇ ਦੂਜੇ ਮਨੁੱਖਾਂ ਦੀ ਜ਼ਿੰਦਗੀ ਵਿੱਚ ਦਖਲ ਦਿੰਦੇ। ਇਹ ਨਿਗ੍ਰਹਿ ਹੈ। ਇਹ ਹੈ ਗ੍ਰਸਤ ਦੀ ਪਹਿਲੀ ਰੁਕਾਵਟ। ਜਦੋਂ ਮਨੁੱਖ ਦਾ ਮਨ ਦੂਜੇ ਦੀਆਂ ਵਸਤੂਆਂ ਵੇਖ ਕੇ ਵਿਚਲਤ ਹੁੰਦਾ ਹੈ, ਭਟਕਦਾ ਹੈ। ਗੁਰੂ ਸਾਹਿਬ ਨੇ ਇਹ ਤੋਂ ਵੀ ਸੁਚੇਤ ਕੀਤਾ ਸਾਨੂੰ। ਦੂਜੀ ਮੁਸ਼ਕਿਲ ਮਹਾਰਾਜ ਨੇ ਬਾਣੀ ਵਿੱਚ ਬਿਆਨ ਕੀਤੀ ਹੈ। ਉਹ ਕੀ ਹੈ? ਵੀ ਅਸੀਂ ਸਾਰੇ ਮਨੁੱਖ ਜਦੋਂ ਇਕੱਠੇ ਰਲ ਮਿਲ ਕੇ ਰਹਿੰਦੇ ਹਾਂ ਨਾ, ਇੱਕ ਸਮਾਜ ਵਿੱਚ ਰਹਿੰਦੇ ਹਾਂ ਜਾਂ ਇੱਕ ਪਰਿਵਾਰ ਵਿੱਚ ਰਹਿੰਦੇ ਹਾਂ, ਅਤੇ ਸਾਡਾ ਕਈ ਵਾਰ ਵਿਚਾਰਾਂ ਦਾ ਟਕਰਾਅ ਵੀ ਹੁੰਦਾ ਅਤੇ ਕਈ ਵਾਰ ਸੁਭਾਅ ਦਾ ਟਕਰਾਅ ਹੁੰਦਾ, ਜਿਹਨੂੰ ਆਪਾਂ ਪਰਸਨੈਲਿਟੀ ਕਲੈਸ਼ ਕਹਿੰਦੇ ਹਾਂ। ਵਿਚਾਰਾਂ ਦਾ ਵਖਰੇਵਾਂ ਜਿਹੜਾ ਉਹ ਇੱਕ ਵੱਖਰੀ ਚੀਜ਼ ਹੈ, ਅਤੇ ਸੁਭਾਅ ਦਾ ਵਖਰੇਵਾਂ ਵੱਖਰੀ ਚੀਜ਼ ਹੈ। ਕਿਸੇ ਦੇ ਸੁਭਾਅ ਵਿੱਚ ਕੋਈ ਚੀਜ਼ ਹੈ, ਕਿਸੇ ਦੇ ਸੁਭਾਅ ਵਿੱਚ ਕੋਈ ਚੀਜ਼ ਹੈ। ਜਦੋਂ ਦੋ ਬੰਦਿਆਂ ਦੇ ਸੁਭਾਅ ਵਿੱਚ ਵਿਰੋਧੀ ਚੀਜ਼ਾਂ ਹੋਣਗੀਆਂ ਤਾਂ ਉੱਥੇ ਕੀ ਹੋਏਗਾ? ਉੱਥੇ ਇੱਕ ਦੂਸਰੇ ਦੇ ਪ੍ਰਤੀ ਅਣਬਣ ਹੋਏਗੀ। ਜੇ ਉਹ ਮੈਨੇਜ ਨਾ ਕਰ ਪਾਏ ਤੇ ਉਹਨਾਂ ਚੀਜ਼ਾਂ ਦਾ ਕਰਕੇ ਝਗੜਾ ਹੋਏਗਾ, ਕਲੇਸ਼ ਹੋਏਗਾ। ਕੀ ਕੋਈ ਐਸੀ ਜੁਗਤ ਹੈ ਵੀ ਸੁਭਾਅ ਵੀ ਵਿਰੋਧੀ ਹੋਣ, ਵਿਚਾਰ ਵੀ ਵਿਰੋਧੀ ਹੋਣ, ਤੇ ਬੰਦਾ ਰਲ ਕੇ ਬਹਿ ਜਾਏ?
ਕੋਈ ਜੁਗਤ ਹੈ? ਗੁਰੂ ਸਾਹਿਬ ਨੇ ਸਾਨੂੰ ਬਾਣੀ 'ਚ ਜੁਗਤ ਦੱਸੀ ਹੈ। ਉਹ ਕੀ ਹੈ? ਬਰਦਾਸ਼ਤ ਕਰੋ, ਸਹਿਣ ਕਰੋ। ਜੇ ਅਸੀਂ ਚਾਹੁੰਦੇ ਨਾ ਵੀ ਦੂਜਾ ਸਾਨੂੰ ਬਰਦਾਸ਼ਤ ਕਰੇ, ਤੇ ਆਪਾਂ ਵੀ ਦੂਜੇ ਨੂੰ ਬਰਦਾਸ਼ਤ ਕਰਨਾ ਸਿੱਖੀਏ। ਉਹ ਸਾਡੇ ਵਿਚਾਰਾਂ ਦਾ ਸਤਿਕਾਰ ਕਰੇ, ਅਸੀਂ ਉਹਦੇ ਵਿਚਾਰਾਂ ਦਾ ਸਤਿਕਾਰ ਕਰੀਏ। ਵੀ ਠੀਕ ਹੈ, ਮੈਂ ਤੇਰੇ ਵਿਚਾਰ ਅਡੋਪਟ ਨਹੀਂ ਕਰਨੇ, ਪਰ ਤੇਰੇ ਤੈਨੂੰ ਮੁਬਾਰਕ। ਉਦਾਹਰਣ ਦਿੰਦਾ ਵੀ ਇਸ ਤਰ੍ਹਾਂ ਹੋ ਸਕਦਾ, ਪੋਸੀਬਲ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਗਰੇ ਦੇ ਕਿਲ੍ਹੇ ਵਿੱਚ ਮੌਜੂਦ ਸਨ। ਜਾਜੋ ਦੇ ਮੈਦਾਨ ਵਿੱਚ ਬਹਾਦਰ ਸ਼ਾਹ, ਜਿਹੜਾ ਕਿ ਔਰੰਗਜ਼ੇਬ ਦਾ ਪੁੱਤਰ ਸੀ, ਉਸ ਦੀ ਆਪਣੇ ਭਰਾਵਾਂ ਦੇ ਨਾਲ ਜੰਗ ਹੋਈ ਅਤੇ ਜੰਗ ਉਹਨੇ ਜਿੱਤ ਲਈ। ਮਹਾਰਾਜ ਨੇ ਕੁਝ ਸਿਪਾਹੀ ਸਿਪਾ ਸਲਾਰ ਭੇਜੇ ਸਨ ਬਹਾਦਰ ਸ਼ਾਹ ਦੀ ਮਦਦ ਵਾਸਤੇ, ਅਤੇ ਜੰਗ ਜਿੱਤਣ ਤੋਂ ਬਾਅਦ ਉਹਨੇ ਮਹਾਰਾਜ ਨੂੰ ਬੜਾ ਪਿਆਰ ਭਰਿਆ ਸੱਦਾ ਭੇਜਿਆ, ਮਹਾਰਾਜ ਤੁਸੀਂ ਮੇਰੇ ਸ਼ਾਹੀ ਦਰਬਾਰ ਵਿੱਚ ਆ ਕੇ ਮੁਬਾਰਕ ਚਰਨ ਪਾਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਸ ਦਰਬਾਰ ਵਿੱਚ ਸੱਜੇ, ਮੈਂ ਬਹੁਤੀ ਗੱਲ ਮੇਰੀ ਨਹੀਂ ਕਰਾਂਗਾ, ਤਾਂ ਉੱਥੇ ਕਾਜ਼ੀ ਵੀ ਬੈਠੇ ਸਨ, ਸ਼ਾਹੀ ਕਾਜ਼ੀ। ਉਹਨਾਂ ਨੇ ਬਾਦਸ਼ਾਹ ਤੋਂ ਪਰਮਿਸ਼ਨ ਮੰਗੀ, ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਕ ਸਵਾਲ ਕਰਨਾ ਹੈ। ਬਾਦਸ਼ਾਹ ਦੀ ਪਰਮਿਸ਼ਨ ਨਾਲ ਹੀ ਹੋ ਸਕਦਾ ਸੀ। ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ, ਜੀ ਸਾਡੇ ਕਾਜ਼ੀ ਸਾਹਿਬਾਨ ਆਪ ਜੀ ਨੂੰ ਕੁਝ ਪੁੱਛਣਾ ਚਾਹੁੰਦੇ ਨੇ, ਕੀ ਇਜਾਜ਼ਤ ਹੈ? ਅਸੀਂ ਸਵਾਲ ਕਰ ਸਕਦੇ ਹਾਂ? ਤਹਿਜੀਬ ਇਹੀ ਕਹਿੰਦੀ ਹੈ ਨਾ। ਹਜ਼ੂਰ ਮਹਾਰਾਜ ਨੇ ਆਖਿਆ, ਜੀ ਸਦਕੇ ਪੁੱਛੋ। ਕਾਜ਼ੀ ਨੇ ਪ੍ਰਸ਼ਨ ਕੀਤਾ, ਮਜ਼ਹਬ ਤੁਮਹਾਰਾ ਖੂਬ ਕਿ ਮਜ਼ਹਬ ਹਮਾਰਾ ਖੂਬ? ਵੀ ਤੁਹਾਡਾ ਮਜ਼ਹਬ ਚੰਗਾ ਹੈ ਕਿ ਸਾਡਾ ਮਜ਼ਹਬ ਚੰਗਾ ਹੈ? ਹੁਣ ਇਹ ਸਵਾਲ ਇਹੋ ਜਿਹਾ ਸੀ, ਜੇ ਇਸ ਚੀਜ਼ ਦਾ ਜਵਾਬ ਜਿਹੜਾ ਹੈ ਉਹ ਦੋਨਾਂ ਧਿਰਾਂ ਨੂੰ ਵੇਖ ਕੇ ਦੇਣਾ ਹੁੰਦਾ, ਜੇ ਕਹਿ ਦਿੰਦੇ ਤੁਹਾਡਾ ਖੂਬ ਹੈ, ਤਾਂ ਉਹਨਾਂ ਦਾ ਅਗਲਾ ਪ੍ਰਸ਼ਨ ਹੁੰਦਾ ਵੀ ਫਿਰ ਤੁਸੀਂ ਵੱਖਰਾ ਮਜ਼ਹਬ ਕਿਉਂ ਚੁਣਿਆ? ਜੇ ਉਹ ਕਹਿ ਦਿੰਦੇ ਸਾਡਾ ਖੂਬ ਹੈ, ਤੇ ਕਾਜ਼ੀ ਉੱਥੇ ਕਲੇਸ਼ ਪਾ ਕੇ ਬਹਿ ਜਾਂਦੇ ਵੀ ਇਹ ਤਾਂ ਸਾਡੇ ਮਜ਼ਹਬ ਨੂੰ ਹੀ ਨਕਾਰ ਦਿੰਦੇ ਨੇ, ਤੇ ਬਹਾਦਰ ਸ਼ਾਹ ਦੇ ਉੱਤੇ ਬਲੇਮ ਆਉਂਦਾ ਵੀ ਤੁਸੀਂ ਐਸੇ ਮਹਾਂਪੁਰਖ ਨੂੰ ਆਪਣੇ ਦਰਬਾਰ 'ਚ ਸੱਦਿਆ ਜਿਹੜਾ ਸਾਡੇ ਮਜ਼ਹਬ ਦੀ ਤਜੀਬ ਨੂੰ ਪ੍ਰਵਾਨ ਨਹੀਂ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਾਣਦੇ ਸਨ ਵੀ ਇਹ ਜਿਹੜਾ ਪ੍ਰਸ਼ਨ ਹੈ ਕਿਹੜੀ ਮਨੋਸਥਿਤੀ ਵਿੱਚੋਂ ਨਿਕਲਿਆ, ਇਹ ਸਵਾਲ ਜਿਹੜਾ ਕਿਹੜੀ ਭਾਵਨਾ ਵਿੱਚੋਂ ਪੈਦਾ ਹੋਇਆ। ਕਿਉਂਕਿ ਸਵਾਲ ਕਰਨ ਵਾਲੇ ਦੀ ਭਾਵਨਾ ਬਹੁਤ ਕੁਝ ਕਹਿ ਦਿੰਦੀ ਹੈ ਵੀ ਇਹ ਸਵਾਲ ਉਹਨੇ ਕਿਹੜੀ ਸਿਚੁਏਸ਼ਨ ਨੂੰ ਮੁੱਖ ਰੱਖ ਕੇ ਜਾਂ ਕਿਹੜੀ ਭਾਵਨਾ ਦੇ ਵਿੱਚੋਂ ਕੀਤਾ ਹੈ, ਉਹਦੀ ਆਪਣੀ ਥਿੰਕਿੰਗ ਕੀ ਹੈ ਇਸ ਸਵਾਲ ਦੇ ਪਿੱਛੇ। ਤਾਂ ਜਵਾਬ ਉਹਦੀ ਥਿੰਕਿੰਗ ਦੇ ਹਿਸਾਬ ਨਾਲ ਜਾਣਾ ਹੈ, ਉਹਦੇ ਸ਼ਬਦਾਂ ਦੇ ਹਿਸਾਬ ਨਾਲ ਨਹੀਂ ਜਾਣਾ। ਗਰੀਬ ਨਵਾਜ ਮਹਾਰਾਜ ਨੇ ਕੀ ਉੱਤਰ ਦਿੱਤਾ? ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਜਿਹੜਾ ਉਸ ਜਗ੍ਹਾ 'ਤੇ ਟਕਰਾਅ ਹੋਣਾ ਸੀ ਨਾ, ਜਿਹੜਾ ਕਲੇਸ਼ ਸੀ, ਜਾਂ ਕਾਜ਼ੀ ਜਿਹੜੀ ਮਨਸ਼ਾ ਨਾਲ ਪ੍ਰਸ਼ਨ ਕਰ ਰਹੇ ਸਨ, ਉਹਨਾਂ ਦੀ ਉਹ ਖੋਟੀ ਮਨਸ਼ਾ ਪੂਰੀ ਨਹੀਂ ਹੋ ਸਕੀ। ਹਜ਼ੂਰ ਮਹਾਰਾਜ ਨੇ ਆਖਿਆ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਜੇ ਤੁਸੀਂ ਮੇਰਾ ਰਾਹ ਨਹੀਂ ਚੁਣ ਸਕਦੇ, ਮੈਂ ਤੁਹਾਡਾ ਰਾਹ ਨਹੀਂ ਚੁਣ ਸਕਦਾ, ਤੁਹਾਨੂੰ ਤੁਹਾਡਾ ਮੁਬਾਰਕ ਹੈ, ਮੈਨੂੰ ਮੇਰਾ ਮੁਬਾਰਕ ਹੈ। ਪਰ ਮੈਂ ਵਿਰੋਧ ਕਰਾਂਗਾ ਕਿਸ ਗੱਲ ਦਾ? ਜਦੋਂ ਤੁਸੀਂ ਆਪਣਾ ਵਿਚਾਰ ਮੇਰੇ ਉੱਤੇ ਜ਼ਬਰਦਸਤੀ ਥੋਪੋਗੇ ਤਾਂ ਮੈਂ ਨਾ ਕਰਾਂਗਾ ਵੀ ਨਹੀਂ, ਮੈਂ ਥੋਪਦਾ ਨਹੀਂ ਅਤੇ ਕਿਸੇ ਦਾ ਮੈਂ ਮੰਨਦਾ ਨਹੀਂ। ਤੁਸੀਂ ਆਪਣੇ ਖਿਆਲ 'ਤੇ ਦ੍ਰਿੜ ਰਹੋ, ਮੈਂ ਆਪਣੇ ਖਿਆਲ 'ਤੇ ਦ੍ਰਿੜ ਰਵਾਂ। ਤੁਸੀਂ ਮੇਰਾ ਮਾੜਾ ਨਾ ਲੋਚੋ, ਮੈਂ ਤੁਹਾਡਾ ਮਾੜਾ ਨਾ ਲੋਚਾਂ। ਇਹ ਜੁਗਤ ਹੈ। ਅਸੀਂ ਗ੍ਰਸਤ ਮਾਰਗ ਵਿੱਚ ਜੀਨੇ ਆ, ਇੱਥੇ ਸਾਡੇ ਸਵਾਰਥਾਂ ਦੇ ਟਕਰਾਅ ਵੀ ਹੁੰਦੇ ਨੇ, ਇੱਥੇ ਸਾਡੇ ਹੰਕਾਰ ਕਰਕੇ ਟਕਰਾਅ ਵੀ ਹੁੰਦੇ ਨੇ, ਇੱਥੇ ਸਾਡੇ ਪਦਵੀਆਂ ਦੇ ਟਕਰਾਅ ਵੀ ਹੁੰਦੇ ਨੇ, ਪਰਿਵਾਰਾਂ ਵਿੱਚ ਸਾਡੇ ਕੰਟਰੋਲ ਨੂੰ ਲੈ ਕੇ ਟਕਰਾਅ ਵੀ ਹੁੰਦੇ ਨੇ। ਮੰਨ ਲਓ ਇੱਕ ਪਰਿਵਾਰ ਵਿੱਚ ਦੋ ਭਰਾਵਾਂ ਦੇ ਵਿਚਾਰ ਵੱਖਰੇ ਵੱਖਰੇ ਨੇ, ਅਤੇ ਕਈ ਵਾਰ ਉਹਨਾਂ ਵਿਚਾਰਾਂ ਕਰਕੇ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਉਹ ਕਮਜ਼ੋਰ ਹੋ ਜਾਂਦਾ। ਪਤੀ ਅਤੇ ਪਤਨੀ ਹਨ, ਉਹਨਾਂ ਦੇ ਸੁਭਾਅ ਵਿੱਚ ਵਖਰੇਵਾਂ ਹੈ, ਉਸ ਕਰਕੇ ਉਹਨਾਂ ਦਾ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ। ਇਹਦਾ ਭਾਵ ਹੈ ਕੁਝ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਕਾਫੀ ਹੱਦ ਤੱਕ ਉਹਨੂੰ ਮੈਨੇਜ ਕਰਨ। ਉਹ ਗੁਣ ਜੇ ਨਾਲ ਹੋਣ ਅਤੇ ਵਿਚਾਰਾਂ ਦਾ ਵਖਰੇਵਾਂ ਹੋਣ ਦੇ ਬਾਵਜੂਦ ਵੀ ਐਸੇ ਸਮਾਜ ਵਿੱਚ ਲੋਕ ਵੇਖੇ ਗਏ ਨੇ ਜਿਨ੍ਹਾਂ ਦੇ ਵਿਚਾਰ ਬਿਲਕੁਲ ਆਪੋਜਿਟ ਸਨ ਇੱਕ ਦੂਸਰੇ ਤੋਂ, ਪਰ ਉਹਨਾਂ ਨੂੰ ਸਲੀਕਾ ਸੀ ਵੀ ਕਿਵੇਂ ਰਿਹਾ ਜਾਂਦਾ ਹੈ ਪਰਿਵਾਰ ਵਿੱਚ। ਉਹ ਨਾ ਇੱਕ ਦੂਜੇ 'ਤੇ ਵਿਚਾਰ ਥੋਪਦੇ ਸਨ,
ਨਾ ਆਪਣੇ ਸੁਭਾਅ ਕਰਕੇ ਉਹ ਦੂਜੇ ਦਾ ਬੁਰਾ ਲੋਚਦੇ ਸਨ। ਉਹ ਚੀਜ਼ਾਂ ਨੂੰ ਉਹਨਾਂ ਨੇ ਇੰਨੇ ਸੋਹਣੇ ਢੰਗ ਨਾਲ ਮੈਨੇਜ ਕਰ ਲਿਆ ਵੀ ਉਹ ਆਦਰਸ਼ਕ ਲੋਕ ਹੋ ਨਿਬੜੇ। ਗੁਰੂ ਸਾਹਿਬ ਸਾਨੂੰ ਬਾਣੀ 'ਚ ਇਹੀ ਤਾਂ ਜੁਗਤ ਦੱਸਦੇ ਨੇ ਵੀ ਇਹ ਗ੍ਰਸਤ ਜਿਹੜਾ ਹੈ ਖੇਡ ਦਾ ਮੈਦਾਨ ਹੈ। ਇਹਦੀ ਜੁਗਤ ਕੀ ਹੈ? ਇਸ ਖੇਡ ਨੂੰ ਖੇਡਣ ਦੀ, ਰਿਸ਼ਤੇ ਨਿਭਾਉਣ ਦੀ ਤਕਨੀਕ ਕੀ ਹੈ? ਮਹਾਰਾਜ ਨੇ ਸਾਨੂੰ ਇਹੀ ਤਾਂ ਬਾਣੀ ਵਿੱਚ ਦੱਸਿਆ ਹੈ। ਖਿਮਾ ਕਰਨਾ, ਮੈਂ ਕਈ ਵਾਰ ਬੇਨਤੀ ਕਰਿਆ ਕਰਦਾ, ਚਾਹੀਦਾ ਤਾਂ ਇਹ ਹੈ ਵੀ ਜਿਸ ਬੱਚੇ ਜਾਂ ਬੱਚੀ ਦਾ ਆਨੰਦ ਕਾਰਜ ਹੈ ਉਹ 4 ਲਾਵਾਂ ਦੇ ਅਰਥ ਜ਼ਰੂਰ ਪੜ੍ਹਨ, ਪਰ ਐਸਾ ਹੁੰਦਾ ਨਹੀਂ। ਕੋਈ ਵਿਰਲੀ ਹਜ਼ਾਰ ਚੋਂ ਵੀ ਕੀ, ਲੱਖ ਚੋਂ ਕੋਈ 2 ਫੈਮਲੀਆਂ ਹੋਣਗੀਆਂ ਜਿਨ੍ਹਾਂ ਦੇ ਬੱਚੇ ਆਪ ਲਾਵਾਂ ਦਾ ਪਾਠ ਜਿਹੜਾ ਹੈ ਉਹਨੂੰ ਕਿਤੇ ਪਹਿਲਾਂ ਪੜ੍ਹਦੇ ਹੋਣਗੇ ਜਾਂ ਉਹਦੇ ਅਰਥ ਪੜ੍ਹਦੇ ਹੋਣਗੇ ਵੀ ਜਿਹੜੀਆਂ ਲਾਵਾਂ ਦਾ ਪਾਠ ਸੁਣ ਕੇ ਸਾਡਾ ਰਿਸ਼ਤਾ ਜੁੜਦਾ, ਉਹਦੇ 'ਚ ਮਹਾਰਾਜ ਨੇ ਕਿਹਾ ਕੀ ਹੈ। ਹੁੰਦਾ ਕਿਤੇ ਐਸਾ? ਸੋਚੋ ਜ਼ਰਾ। ਪ੍ਰਚਾਰ ਤਾਂ ਉਹ ਹੁੰਦਾ ਹੈ ਜਿਹੜਾ ਸਾਡੀ ਰੂਹ ਤੱਕ ਪਹੁੰਚੇ। ਕਿ ਸਾਡੇ ਅੰਦਰ ਕਦੇ ਚਾਅ ਆਉਂਦਾ? ਖਿਮਾ ਕਰਨਾ, ਸਾਡੇ ਅੰਦਰ ਇਹ ਤਾਂ ਚਾਅ ਹੁੰਦਾ ਵੀ ਮੇਰੇ ਇੰਨੇ ਰਿਸ਼ਤੇਦਾਰ ਆਉਣਗੇ, ਮੈਂ ਇੰਨਾ ਸੱਜ ਧੱਜ। ਗੁਰੂ ਰਾਮਦਾਸ ਮਹਾਰਾਜ ਦਾ ਸਾਨੂੰ ਕੀ ਸੁਨੇਹਾ ਆਇਆ? ਮੰਨ ਲਓ ਸਾਡਾ ਕੋਈ ਮਿੱਤਰ ਵਿਆਹ ਦੇ ਉੱਤੇ ਆਉਂਦਾ ਹੈ, ਅਸੀਂ ਉਹਨੂੰ ਸੱਦਾ ਭੇਜਦੇ ਹਾਂ ਅਤੇ ਜਦੋਂ ਉਹ ਸਾਨੂੰ ਬੈਕ ਮੈਸੇਜ ਕਰਦਾ ਹੈ, ਟੈਕਸਟ ਮੈਸੇਜ ਕਰਦਾ ਵੀ ਮੈਂ ਆ ਰਿਹਾ, ਮੈਨੂੰ ਤੁਸੀਂ ਏਅਰਪੋਰਟ ਤੋਂ ਲੈ ਲੈਣਾ, ਅਸੀਂ ਦੌੜੇ ਜਾਂਦੇ ਹਾਂ ਵੀ ਸਾਡਾ ਪਿਆਰਾ ਰਿਸ਼ਤੇਦਾਰ ਆ ਰਿਹਾ, ਬੜੇ ਚਿਰ ਬਾਅਦ ਅਸੀਂ ਉਹਨੂੰ ਲੈਣ ਚੱਲੇ। ਰੋਟੀ ਵੀ ਪਾਈ ਠੰਡੀ ਹੋ ਜਾਂਦੀ ਹੈ ਕਈ ਵਾਰ, ਅਸੀਂ ਕਹਿੰਦੇ ਨਹੀਂ ਆ ਕੇ ਖਾਵਾਂਗੇ, ਉਹਦੇ ਨਾਲ ਖਾਵਾਂਗੇ, ਉਹਨੂੰ ਲੈ ਆਈਏ ਜਿਹਦੇ ਨਾਲ ਤੁਹਾਡੀ ਸਾਂਝ ਹੋਵੇ। ਗੁਰੂ ਰਾਮਦਾਸ ਮਹਾਰਾਜ ਦਾ ਇਹ ਸਮਝੋ ਵੀ ਤੁਹਾਨੂੰ ਟੈਕਸਟ ਮੈਸੇਜ ਹੀ ਹੈ ਵੀ ਮੈਂ ਤੁਹਾਡੇ ਵਿਆਹ 'ਤੇ ਆ ਰਿਹਾ, ਜਦੋਂ ਬੱਚੇ ਬੱਚੀ ਦਾ ਵਿਆਹ ਹੋਵੇਗਾ ਮੈਂ ਜਾਮਨ ਹੋਵਾਂਗਾ, ਮੈਂ ਗਵਾਹ ਹੋਵਾਂਗਾ, ਮੈਂ ਉਹਨਾਂ ਨੂੰ ਕੁਝ ਦੱਸਾਂਗਾ ਵੀ ਉਹ ਗ੍ਰਸਤ ਮਾਰਗ ਵਿੱਚ ਕਿਵੇਂ ਖੁਸ਼ ਰਹਿ ਸਕਦੇ ਨੇ। ਤਾਂ ਅਸੀਂ ਮਹਾਰਾਜ ਦਾ ਮੈਸੇਜ ਹੀ ਅਟੈਂਡ ਨਾ ਕਰੀਏ, ਅਸੀਂ ਗੁਰੂ ਰਾਮਦਾਸ ਮਹਾਰਾਜ ਦਾ ਵਾਕ ਹੀ ਨਾ ਪੜ੍ਹੀਏ, ਪਤਾ ਹੀ ਨਹੀਂ ਲੱਗਦਾ ਸਾਨੂੰ। ਖਿਮਾ ਕਰਨਾ, ਆਪਾਂ ਸਾਰੇ ਜਿੰਨੇ ਵੀ ਇੱਥੇ ਗ੍ਰਸਤੀ, ਕਿਸੇ ਦੀ 30 ਸਾਲ ਦੀ ਗ੍ਰਸਤ ਦੀ ਜ਼ਿੰਦਗੀ ਹੈ, ਕਿਸੇ ਦੇ 60 ਸਾਲ ਹੋ ਗਏ, ਕਦੇ ਚਾਹ ਆਇਆ ਵੀ ਚਲੋ ਹੁਣ ਹੀ ਪੜ੍ਹ ਲਈਏ 4 ਲਾਵਾਂ? ਨਾ, ਭਾਈ ਪੜ੍ਹਦਾ ਬਸ ਉਦੋਂ ਕੀ ਪੜ੍ਹਦਾ। ਹਾਂ, ਜਾਂ ਕਿਸੇ ਦੇ ਵਿਆਹ ਗਏ ਹੋਈਏ ਤੇ ਕੰਨਵਾਜ ਪੈ ਜਾਏ, ਮਾਫ਼ ਕਰਨਾ। ਕਿੱਡੀ ਅਹਿਮ ਗੱਲ ਸੀ, ਕਿੱਡਾ ਜ਼ਰੂਰੀ ਇੰਪੋਰਟੈਂਟ ਮੈਸੇਜ ਸੀ ਗੁਰੂ ਰਾਮਦਾਸ ਮਹਾਰਾਜ ਦਾ, ਜਿਹਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹਾਂ। ਗੁਰੂ ਸਾਹਿਬ ਨੇ ਕੋਈ ਬੋਝ ਨਹੀਂ ਪਾਇਆ ਸਾਡੇ 'ਤੇ, ਸਾਨੂੰ ਦੱਸਿਆ ਹੀ ਹੈ। ਪਹਿਲਾ ਵਾਕ ਕੀ ਕਿਹਾ? ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਪ੍ਰਵਿਰਤੀ ਕਰਮ ਕੀ ਹੈ? ਪ੍ਰਵਿਰਤ ਦਾ ਮਤਲਬ ਹੁੰਦਾ ਹੈ, 2 ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ, ਇੱਕ ਹੈ ਨਿਵਿਰਤੀ। ਨਿਵਿਰਤ ਦਾ ਮਤਲਬ ਹੈ ਤਿਆਗ ਕੇ, ਜਿਹਨੂੰ ਆਪਾਂ ਕਹਿੰਦੇ ਲੀਵ ਕਰ ਜਾਣਾ। ਮੰਨ ਲਓ ਹਾਲ ਹੈ ਇੱਥੇ, ਮੈਂ ਨਹੀਂ ਬਹਿ ਸਕਦਾ ਕਿਸੇ ਨਾਲ, ਮੈਂ ਬਾਹਰ ਨਿਕਲ ਗਿਆ, ਇਹਨੂੰ ਨਿਵਿਰਤ ਕਹਿੰਦੇ ਨੇ। ਮੈਂ ਬਾਹਰ ਖੜਾ ਹਾਂ, ਮੈਂ ਵੇਖ ਰਿਹਾ ਦਰਬਾਰ ਹਾਲ ਵਿੱਚ ਗੁਰੂ ਸਾਹਿਬ ਪ੍ਰਕਾਸ਼ਮਾਨ ਨੇ, ਸੰਗਤ ਹੈ, ਮੇਰੇ ਆਪਣੇ ਲੋਕ, ਮੈਂ ਆ ਕੇ ਵਿੱਚ ਬੈਠ ਗਿਆ, ਉਹਨੂੰ ਕਹਿੰਦੇ ਪ੍ਰਵਿਰਤ ਹੋਣਾ। ਜੇ ਮੈਂ ਹੋਰ ਉਦਾਹਰਨ ਦੇਣਾ, ਇਹ ਗੱਲ ਨੂੰ ਸੌਖੇ ਢੰਗ ਨਾਲ ਸਮਝਾਉਣ ਲਈ ਮੈਂ ਉਦਾਹਰਨ ਵਰਤ ਰਿਹਾ ਵੀ ਮੰਨ ਲਓ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਇਆ, ਇੱਥੇ ਸੰਗਤ ਬੈਠੀ ਹੈ, ਕੀਰਤਨ ਹੋ ਰਿਹਾ, ਪਾਠ ਹੋ ਰਿਹਾ। ਜਦੋਂ ਮੈਂ ਐਂਟਰ ਕਰਦਾ ਤਾਂ ਮੈਨੂੰ ਪਤਾ ਹੋਵੇ ਮੈਂ ਕਿੱਥੇ ਬਹਿਣ ਲੱਗਿਆ, ਇੱਥੇ ਮੇਰੀ ਵੀ ਕੀ ਜ਼ਿੰਮੇਵਾਰੀ ਹੈ। ਇੱਕ ਬੰਦਾ ਤੇ ਪਾਠ ਕਰ ਰਿਹਾ ਜਾਂ 3 ਬੰਦੇ ਕੀਰਤਨ ਕਰ ਰਹੇ, ਬਾਕੀ ਸੰਗਤ ਬੈਠੀ ਹੈ, ਮੈਂ ਉਹਨਾਂ ਵਿੱਚ ਜਾ ਕੇ ਇਨਵੋਲਵ ਹੋ ਰਿਹਾ, ਮੇਰੀ ਕੀ ਜ਼ਿੰਮੇਵਾਰੀ ਹੈ? ਮੇਰੀ ਜ਼ਿੰਮੇਵਾਰੀ ਹੈ ਮੈਂ ਸ਼ਾਂਤ ਹੋ ਕੇ ਬੈਠਾ ਅਤੇ ਸੁਣਾ, ਜੋ ਗੁਰੂ ਸਾਹਿਬ ਦਾ ਉਪਦੇਸ਼ ਉਹ ਮੈਂ ਸੁਣਾ। ਮੇਰੀ ਜ਼ਿੰਮੇਵਾਰੀ ਇਹ ਹੈ ਨਾ। ਹੁਣ ਉਹਨੂੰ ਕਹਿੰਦੇ ਨੇ ਪ੍ਰਵਿਰਤ ਹੋਣਾ, ਵੀ ਤੁਸੀਂ ਉਸ ਸਿਚੁਏਸ਼ਨ ਮੁਤਾਬਕ ਢਲ ਗਏ, ਉਹਨੂੰ ਮੈਨੇਜ ਕਰਨ ਲਈ ਉਹਨੂੰ ਢਲ ਗਏ। ਹੁਣ ਮੰਨ ਲਓ ਆਪਾਂ ਸਾਰੇ ਬੈਠੇ ਹਾਂ, ਇੱਥੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਆਪ ਜੀ ਸਾਰੇ ਸੁਰ 'ਤੇ ਇਕਾਗਰ ਕਰਕੇ ਸਰਵਣ ਕਰੋ, ਮੈਂ ਉੱਥੇ ਬਹਿ ਕੇ ਰੌਲਾ ਪਾਈ ਜਾ, ਇਹਦਾ ਮਤਲਬ ਮੈਂ ਸਾਰੀ ਮੈਨੇਜਮੈਂਟ ਵਿਗਾੜ ਦਿਆਂਗਾ। ਇਹਦਾ ਮਤਲਬ ਇਹ ਹੀ ਹੈ ਨਾ, ਇਹਦਾ ਮਤਲਬ ਮੈਂ ਨਿਵਿਰਤ ਹਾਂ, ਪ੍ਰਵਿਰਤ ਨਹੀਂ ਹਾਂ। ਗੁਰੂ ਕਹਿੰਦੇ ਪ੍ਰਵਿਰਤ ਹੋ, ਉਸ ਸਿਚੁਏਸ਼ਨ ਮੁਤਾਬਕ ਢਲ ਅਤੇ ਉਹਨੂੰ ਮੈਨੇਜ ਕਰਨਾ, ਤੂੰ ਵੀ ਵਿੱਚ ਯੋਗਦਾਨ ਪਾ ਵੀ ਉਹ ਮੈਨੇਜ ਹੋ ਜਾਏ। ਇਸੇ ਤਰ੍ਹਾਂ ਪਰਿਵਾਰ ਹੈ, ਆਪਾਂ ਆਪਣੇ ਘਰ ਨੂੰ ਮੈਨੇਜ ਕਰਦੇ ਹਾਂ ਨਾ,
ਵੀ ਜੋੜਾ ਇੱਥੇ ਲਾਇਆ ਜਾਏਗਾ, ਚੀਜ਼ ਇੱਥੇ ਰੱਖੀ ਜਾਏਗੀ, ਆਹ ਚੀਜ਼ ਇੱਥੇ ਹੋਵੇਗੀ, ਆਹ ਕੰਮ ਇਸ ਤਰ੍ਹਾਂ ਕਰਾਂਗੇ। ਆਪਾਂ ਸਾਰੀ ਚੀਜ਼ ਨੂੰ ਮੈਨੇਜ ਕਰਦੇ। ਇੱਕ ਪਰਿਵਾਰ ਦਾ ਜੀ ਉਸ ਮੈਨੇਜਮੈਂਟ ਨੂੰ ਵਿਗਾੜੇ ਤੇ ਉਹ ਬਾਕੀ ਸਾਰੇ ਪਰਿਵਾਰ ਦੇ ਜੀਆਂ ਦੇ ਗੁੱਸੇ ਦਾ ਸ਼ਿਕਾਰ ਹੁੰਦਾ ਵੀ ਤੂੰ ਇਕੱਲਾ ਖਲਾਰਾ ਜ਼ਿਆਦਾ ਪਾਉਣਾ, ਇੰਨੇ ਜੀ ਪਰਿਵਾਰ 'ਚ ਰਹਿੰਦੇ ਨੇ, ਉਹ ਸਾਰਾ ਕੁਝ ਠੀਕ ਚਲਾਉਂਦੇ ਨੇ, ਤੈਨੂੰ ਆਪਣਾ ਆਪ ਸੁਧਾਰਨਾ ਚਾਹੀਦਾ। ਇੱਦਾਂ ਹੀ ਹੁੰਦਾ ਹੈ ਨਾ ਜੀ। ਇਹਦਾ ਮਤਲਬ ਪ੍ਰਵਿਰਤੀ ਮਾਰਗ ਦਾ ਧਾਰਨੀ ਨਹੀਂ। ਜੇ ਉਹ ਮੈਨੇਜਮੈਂਟ ਨੂੰ ਵਿਗਾੜ ਰਿਹਾ ਜਾਂ ਉਹਦੇ ਵਿੱਚ ਆਪਣੀ ਸਮਾਈ ਨਹੀਂ ਕਰ ਰਿਹਾ, ਤਾਂ ਸਮਾਈ ਕਰਨੀ ਗ੍ਰਸਤ ਵਿੱਚ, ਰਿਸ਼ਤੇ ਦੇ ਮੁਤਾਬਕ ਢਲਣਾ, ਉਹਦੀਆਂ ਜ਼ਿੰਮੇਵਾਰੀਆਂ ਤੇ ਫਰਜ਼ ਸਮਝਣੇ, ਇਹਨੂੰ ਪ੍ਰਵਿਰਤੀ ਕਰਮ ਕਹਿੰਦੇ। ਵੀ ਮੇਰੇ ਮਾਂ-ਬਾਪ ਹਨ, ਉਹਨਾਂ ਦੀ ਮੇਰੀ ਜ਼ਿੰਦਗੀ 'ਚ ਕੀ ਜਗ੍ਹਾ ਹੈ, ਉਹਨਾਂ ਦੇ ਪ੍ਰਤੀ ਮੇਰੇ ਕੀ ਫਰਜ਼ ਨੇ, ਉਹਨਾਂ ਨੂੰ ਕਿਵੇਂ ਮੈਨੇਜ ਰੱਖਣਾ, ਇਹ ਮੇਰਾ ਪ੍ਰਵਿਰਤੀ ਕਰਮ। ਮੇਰੇ ਆਪਣੇ ਬੱਚੇ ਹਨ, ਉਹਨਾਂ ਪ੍ਰਤੀ ਕੀ ਫਰਜ਼ ਹਨ, ਪਤੀ ਜਾਂ ਪਤਨੀ ਹਨ, ਉਹਨਾਂ ਪ੍ਰਤੀ ਕੀ ਫਰਜ਼ ਹਨ, ਭੈਣ ਜਾਂ ਭਾਈ ਹਨ, ਉਹਨਾਂ ਪ੍ਰਤੀ ਕੀ ਫਰਜ਼ ਹਨ, ਇਹਨੂੰ ਪ੍ਰਵਿਰਤ ਕਿਹਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਹਜ਼ੂਰ ਨੇ ਕਿਹਾ ਧਰਮ ਨੂੰ ਦ੍ਰਿੜ ਕਰ, ਇਹੀ ਬ੍ਰਹਮਾ ਦੇ ਉਚਾਰਨ ਕੀਤੇ ਵੇਦਾਂ ਦੀ ਬਾਣੀ ਹੈ। ਭਾਵ ਤੈਨੂੰ ਕਿਸੇ ਵੇਦ ਦਾ ਪਿਛਲੱਗ ਬਣਨ ਦੀ ਲੋੜ ਨਹੀਂ। ਧਰਮ ਦ੍ਰਿੜੋ, ਧਰਮ ਦਾ ਅਰਥ ਕੀ ਹੈ? ਆਪਣੀ ਖਾਹਿਸ਼ ਪਵਿੱਤਰ ਕਰ। ਜਿਹੜਾ ਵੀ ਰਿਸ਼ਤਾ ਨਿਭਾ ਉਹਦੇ 'ਚ ਭਾਵਨਾ ਨਿਰਛਲ ਤੇ ਨਿਸ਼ਕਪਟ, ਕਪਟ ਰੱਖ ਕੇ ਨਹੀਂ, ਛਲ ਰੱਖ ਕੇ ਨਹੀਂ, ਬੜੀ ਸਾਫ਼ ਗੋਈ ਨਾਲ ਉਸ ਰਿਸ਼ਤੇ ਨੂੰ ਪ੍ਰਵਾਨ ਕਰ। ਉਹਦੇ ਰੁਤਬੇ ਨੂੰ ਪ੍ਰਵਾਨ ਕਰ, ਉਹਦੇ ਖਿਆਲਾਂ ਨੂੰ ਪ੍ਰਵਾਨ ਕਰ, ਉਹਦੇ ਸੁਭਾਅ ਨੂੰ ਪ੍ਰਵਾਨ ਕਰ, ਉਹਨੂੰ ਰਿਸਪੈਕਟ ਦੇ, ਸਤਿਕਾਰ ਦੇ ਉਹਦੇ ਬਣਨ ਦੇ ਮੁਤਾਬਕ। ਹੁਣ ਤੁਸੀਂ ਵੇਖੋ ਨਾ, ਅੱਜ ਦਾ ਜਿਹੜਾ ਯੁੱਗ ਹੈ, ਬੱਚਾ ਸਕੂਲ 'ਚੋਂ ਹੀ ਐਜੂਕੇਸ਼ਨ ਲੈਂਦਾ। ਸਾਨੂੰ ਇਹ ਐਜੂਕੇਸ਼ਨ ਪੜ੍ਹਾਉਣ ਦੀ ਸਾਨੂੰ ਤਾਂ ਆਈ ਨਹੀਂ, ਖਿਮਾ ਕਰਿਓ। ਬੱਚੇ ਨੂੰ ਹੈ, ਬਾਹਰੋਂ ਕੋਈ ਗੈਸਟ ਆਇਆ ਨਾ, ਛੋਟਾ ਜਿਹਾ ਬੱਚਾ, ਤੁਸੀਂ ਉਹਨੂੰ ਕੁਝ ਕਹਿ ਦਿਓ, ਟੋਕ ਦਿਓ ਥੋੜ੍ਹਾ ਗੁੱਸੇ 'ਚ, ਫਿਰ ਤੁਸੀਂ ਉਹਦਾ ਚਿਹਰਾ ਪੜ੍ਹਿਓ, ਉਹ ਜ਼ਿਆਦਾ ਫੀਲ ਕਰੇਗਾ ਆਮ ਨਾਲੋਂ। ਕਿਉਂ ਭਲਾ? ਉਹਨੂੰ ਲੱਗਦਾ ਹੈ ਵੀ ਉਹ ਬਾਅਦ ਵਿੱਚ ਕਈ ਵਾਰ ਕਹਿ ਵੀ ਦਿੰਦੇ ਨੇ ਕਈ ਬੱਚੇ ਵੀ ਸਾਨੂੰ ਸਮਝਾਉਣ ਤੋਂ ਪਹਿਲਾਂ ਖੁਦ ਸਮਝੋ ਵੀ ਕਿਸੇ ਦੇ ਸਾਹਮਣੇ ਟੋਕਾ ਟਾਕੀ ਨਹੀਂ ਕਰੀਦੀ। ਤੁਹਾਨੂੰ ਪਤਾ ਹੈ ਮੇਰੀ ਵੀ ਰਿਸਪੈਕਟ ਹੈ। ਬੰਦਾ ਹੈਰਾਨ ਰਹਿ ਜਾਂਦਾ, ਉਹ 5 ਸਾਲ ਦਾ ਬੱਚਾ, ਜਿਹੜੀ ਗੱਲ ਮੈਂ ਨਹੀਂ 40 ਸਾਲਾਂ ਸਿੱਖ ਪਾਇਆ, 5 ਸਾਲ ਦਾ ਬੱਚਾ ਸਿੱਖ, ਉਹਦੀ ਐਜੂਕੇਸ਼ਨ ਇਹੋ ਜਿਹੀ ਹੈ, ਸਾਡੀ ਨਹੀਂ ਸੀ। ਉਹ ਕਹਿੰਦਾ ਮੇਰੀ ਵੀ ਰਿਸਪੈਕਟ, ਠੀਕ ਹੈ ਤੁਸੀਂ ਮੇਰੀ ਗਲਤੀ ਦੱਸੋ, ਪਰ ਇਵੇਂ ਨਹੀਂ ਦੱਸ ਸਕਦੇ ਤੁਸੀਂ ਸਾਰਿਆਂ ਸਾਹਮਣੇ ਮੈਨੂੰ ਜਲੀਲ ਨਹੀਂ ਕਰ ਸਕਦੇ। ਹੁਣ ਵੇਖੋ ਉਹਦੀ ਜਿਹੜੀ ਤਹਿਜੀਬ ਹੈ, ਉਹਦਾ ਜਿਹੜਾ ਮਾਨਸਿਕ ਪੱਧਰ ਹੈ, ਇਹਦਾ ਮਤਲਬ ਸਾਡਾ ਕਿੰਨਾ ਗੈਪ ਹੈ ਭਲਾ ਉਹਦੇ ਨਾਲੋਂ। ਉਮਰ ਨੂੰ ਛੱਡ ਕੇ ਤੁਸੀਂ IQ ਦਾ ਲੈਵਲ ਚੈੱਕ ਕਰੋ ਵੀ ਉਹਦਾ IQ ਤੇ ਸਾਡਾ IQ ਕਿੱਥੇ ਖੜ੍ਹਾ ਹੈ। ਅਸੀਂ ਉਹਦੇ ਹਿਸਾਬ ਨਾਲ ਕਿੰਨੇ ਕੁ ਇੰਟਲੈਕਚੁਅਲ ਹਾਂ, ਬਹੁਤ ਫਰਕ ਨਿਕਲੇਗਾ। ਉਹ ਕਿਉਂ ਨਿਕਲਦਾ ਹੈ? ਕਿਉਂਕਿ ਉਹਨੂੰ ਇਹ ਮੈਨਰਜ਼ ਹੌਲੀ ਹੌਲੀ ਸਿਖਾਏ ਜਾਂਦੇ ਨੇ, ਇਹ ਚੀਜ਼ਾਂ ਦੱਸੀਆਂ ਜਾਂਦੀਆਂ, ਇਹ ਸਮਝਾਈਆਂ ਜਾਂਦੀਆਂ ਨੇ, ਅਤੇ ਉਹ ਸਿੱਖ ਗਿਆ। ਉਹਨੂੰ ਇਹ ਪਤਾ ਲੱਗ ਗਿਆ ਵੀ ਮੈਂ ਕਿਸੇ ਦੀ ਰਿਸਪੈਕਟ ਖਤਮ ਨਹੀਂ ਕਰਨੀ ਅਤੇ ਆਪਣੀ ਰਿਸਪੈਕਟ ਦੀ ਮੈਂ ਰੱਖਿਆ ਕਰਨੀ। ਹੁਣ ਹੈ ਤਾਂ ਇਹ ਗੁਣ ਕਿੱਡਾ ਕੀਮਤੀ, ਬਸ ਇਹਨੂੰ ਜੇ ਜੀਵਨ 'ਚ ਵਸਾ ਲਈਏ ਵੀ ਘਰ ਵਿੱਚ ਭਾਵੇਂ ਨੂੰਹ ਹੋਵੇ ਅਤੇ ਭਾਵੇਂ ਸੱਸ ਹੋਵੇ, ਭਾਵੇਂ ਪਿਓ ਹੋਵੇ ਅਤੇ ਭਾਵੇਂ ਪੁੱਤਰ ਹੋਵੇ, ਭਾਵੇਂ ਭਰਾ ਹੋਵੇ ਅਤੇ ਭਾਵੇਂ ਭੈਣ ਹੋਵੇ, ਭਾਵੇਂ ਪਤੀ ਹੋਵੇ ਅਤੇ ਭਾਵੇਂ ਪਤਨੀ ਹੋਵੇ, ਸਤਿਕਾਰ ਕਰੋਗੇ ਤਾਂ ਸਤਿਕਾਰ ਮਿਲੇਗਾ, ਸਤਿਕਾਰ ਨਹੀਂ ਰੱਖੋਗੇ ਸਤਿਕਾਰ ਨਹੀਂ ਮਿਲੇਗਾ। ਗੁਰੂ ਸਾਹਿਬ ਨੇ ਇਹੀ ਸਿਖਾਇਆ। ਸਭਨਾਂ ਦਾ ਭਲਾ ਲੋਚੋ, ਜਿੱਥੇ ਜਾਏ ਬਹੀਐ ਭਲਾ ਕਹੀਐ। ਸਾਡੇ ਉਸਤਾਦ ਕਹਿੰਦੇ ਸਨ, ਤੁਸੀਂ ਇੱਕ ਜਗ੍ਹਾ ਕਿਸੇ ਦੀ ਬੁਰਾਈ ਕਰਕੇ ਵੇਖ ਲਓ, ਮੁੜ ਮੁੜ ਕੇ ਤੁਹਾਡੇ ਰਾਹ ਦਾ ਰੋੜਾ ਬਣਦੀ ਰਹੇਗੀ। ਉਹਨੇ ਉਹਨੂੰ ਦੱਸੀ, ਉਹਨੇ ਤੀਜੇ ਨੂੰ ਦੱਸੀ, ਚੌਥੇ ਨੇ ਪੰਜਵੇਂ ਨੂੰ ਦੱਸੀ, ਛੇਵੇਂ ਨੇ ਫਿਰ ਤੁਹਾਨੂੰ ਆ ਕੇ ਦੱਸਣੀ ਹੈ। ਉਹ 5 ਬੰਦਿਆਂ ਨੇ ਵਿੱਚ ਹੋਰ ਕੀ ਘਾਟਾ ਵਾਧਾ ਕੀਤਾ ਉਸ ਗੱਲ ਦੇ, ਤੁਸੀਂ ਉਹਨੂੰ ਮੈਨੇਜ ਕਰਦੇ ਹੀ ਆਪਣੀ ਲਾਈਫ ਦਾ ਬਹੁਤਾ ਸਮਾਂ ਕੱਢਦੇ ਹੋ। ਗੱਲ ਕਰੋ ਹੀ ਨਾ, ਸੌਖਾ ਢੰਗ ਕੀ ਮਾੜੀ ਗੱਲ ਕਰੋ ਹੀ ਨਾ, ਜਿਹਨੂੰ ਮੈਨੇਜ ਕਰਨ ਦੇ ਉੱਤੇ ਬਾਰ-ਬਾਰ ਤੁਹਾਨੂੰ ਬਾਅਦ ਵਿੱਚ ਖੁਦ ਆਪਣੇ ਵਕੀਲ ਬਣਨਾ ਪਏ। ਹਜ਼ੂਰ ਨੇ ਸਾਨੂੰ ਪਹਿਲਾਂ ਹੀ ਗੱਲ ਸਮਝਾਈ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਜ਼ਹਿਰ ਪੀਓ ਹੀ ਨਾ ਤਾਂ ਕਿ ਉਹਦਾ ਗਲਤ ਰਿਐਕਸ਼ਨ ਨਾ ਹੋਵੇ।
ਪੀਓ ਹੀ ਅੰਮ੍ਰਿਤ। ਤੇ ਅੰਮ੍ਰਿਤ ਕੀ ਹੈ? ਭਲਾ। ਕਰੇ ਸੋ ਭਲਾ ਮਨਾਈਏ। ਆਪਾਂ ਹੁਣੇ ਮਹਾਰਾਜ ਦਾ ਮੁੱਖ ਵਾਕ ਸਰਵਣ ਕੀਤਾ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੈ ਵਾਸੁਲਾ, ਕੱਢ ਵਾਸ ਲਈਜੈ। ਤੋ ਸਾਹਿਬ ਸਤਿਗੁਰੂ ਮਹਾਰਾਜ ਨੇ ਸਾਨੂੰ ਗ੍ਰਸਥ ਜੀਵਨ ਦੇ ਇਹ ਨਿਯਮ ਸਮਝਾਏ ਨੇ ਬਾਣੀ ਅੰਦਰ, ਇਹ ਗੁਣ ਉਪਦੇਸ਼ ਦਿੱਤੇ ਹਨ, ਔਰ ਇਹ ਅਸੀਂ ਰੋਜ਼ ਹੀ ਸਿੱਖਣੇ ਨੇ। ਇਹ ਕੋਈ ਇੱਕ ਦਿਨ ਨਹੀਂ ਆਪਾਂ ਸਿੱਖਣੇ ਵੀ ਅੱਜ ਆਪਾਂ ਸਮਾਗਮ 'ਚ ਅੱਜ ਜਦੋਂ ਤੁਸੀਂ ਮਹਾਰਾਜ ਦੀ ਬਾਣੀ ਦੀ ਪੋਥੀ ਸਾਹਿਬ ਗੁਟਕਾ ਸਾਹਿਬ ਲੈਂਦੇ ਹੋ ਤਾਂ ਉਹਦੇ ਵਿੱਚੋਂ ਕੁਝ ਗ੍ਰਹਿਣ ਕਰਨ ਦੀ ਆਪਾਂ ਕੋਸ਼ਿਸ਼ ਕਰੀਏ। ਸਤਿਗੁਰੂ ਨੇ ਤਾਂ ਅਪਾਰ ਖਜ਼ਾਨਾ ਸਾਨੂੰ ਬਖਸ਼ਿਆ, ਇਸੇ ਲਈ ਤਾਂ ਹਜ਼ੂਰ ਨੇ ਕਿਹਾ ਸੀ ਤੋਟ ਨਾ ਆਵੇ ਵੱਧ ਹੋ ਜਾਏ, ਘਟੇਗਾ ਨਹੀਂ। ਹਜ਼ੂਰ ਕਹਿੰਦੇ ਮੈਂ ਦਾਅਵਾ ਕਰਦਾ ਇਹ ਵਸਤੂ ਤੁਹਾਡਾ ਬੈਂਕ ਬੈਲੈਂਸ ਘਟ ਸਕਦਾ ਹੈ। ਪ੍ਰੋਪਰਟੀ ਇੱਕ ਬਾਪ ਨੇ ਜਿੰਨੀ ਪ੍ਰੋਪਰਟੀ ਬਣਾਈ, ਜਿੰਨੇ ਉਹਦੇ ਬੱਚੇ ਉਹਨਾਂ 'ਚ ਡਿਵਾਈਡ ਹੋ ਜਾਂਦੀ ਹੈ, ਘਟ ਜਾਂਦੀ ਹੈ ਨਾ। 4 ਬੱਚਿਆਂ ਨੂੰ ਉਨੀ ਤਾਂ ਨਹੀਂ ਨਾ ਆਉਂਦੀ ਜਿੰਨੀ ਉਹਨਾਂ ਦੇ ਬਾਪ ਕੋਲ ਹੁੰਦੀ ਹੈ। ਪਰ ਇਹ ਗੁਰੂ ਸਾਹਿਬ ਦੀ ਸਿੱਖਿਆ, ਇਹ ਜੀਵਨ ਜੁਗਤ ਵੇ ਆਫ ਲਾਈਫ ਜਿਹੜੇ ਗੁਰੂ ਸਾਹਿਬ ਜੀ ਨੇ ਖਿਆਲ ਬਾਣੀ ਵਿੱਚ ਦਿੱਤੇ ਨੇ, ਇਹਨੂੰ ਤੁਸੀਂ ਜਿੰਨਾ ਕਮਾਉਂਦੇ ਜਾਓਗੇ ਘਟੇਗਾ ਨਹੀਂ, ਇਹ ਵੱਧਦਾ ਜਾਏਗਾ। ਇਸ ਵਾਸਤੇ ਸਾਹਿਬ ਮਿਹਰ ਕਰਨ, ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਸਾਡੀ ਸਭਨਾਂ ਦੀ ਇਸੇ ਤਰ੍ਹਾਂ ਸਾਂਝ ਬਣੀ ਰਹੇ। ਆਪ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਭੁੱਲ ਚੁੱਕ ਦੀ ਖਿਮਾ, ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।